16ਵੀਂ ਪਾਵਨ ਅਸ਼ਟਪਦੀ ਦੀ ਵਿਚਾਰ ਅੱਜ ਆਪਾਂ ਆਰੰਭ ਕਰਨੀ ਹੈ। ਇਸ ਪਾਵਨ ਅਸ਼ਟਪਦੀ ਦੇ ਅੰਦਰ ਉਸ ਪਰਿਪੂਰਨ ਪਰਮਾਤਮਾ ਦੀਆਂ ਖੇਡਾਂ, ਉਹਦੇ ਕੌਤਕ ਤੇ ਉਹਦੀਆਂ ਰਹਿਮਤਾਂ ਦਾ ਜ਼ਿਕਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਰਦੇ ਨੇ। ਪਾਵਨ ਸ਼ਲੋਕ ਅੰਦਰ ਬਖਸ਼ਿਸ਼ ਕਰ ਰਹੇ ਨੇ। ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਪਿੰਡ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਕਾਲ ਪੁਰਖ ਪਰਮਾਤਮਾ ਦਾ ਕੋਈ ਰੂਪ ਨਹੀਂ ਹੈ, ਨਾ ਹੀ ਕੋਈ ਉਹਦਾ ਚਿੰਨ੍ਹ ਚੱਕਰ ਹੈ, ਨਾ ਉਹਦਾ ਕੋਈ ਰੰਗ ਹੈ। ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੈ, ਬਲਕਿ ਉਹ ਤਾਂ ਮਾਇਆ ਵੱਲੋਂ ਬੇਦਾਗ ਹੈ, ਭਿੰਨ ਹੈ, ਵੱਖਰਾ ਹੈ, ਨਿਰਲੇਪ ਹੈ। ਹੁਣ ਸਾਨੂੰ ਬਾਣੀ ਦੇ ਅੰਦਰ ਬੇਅੰਤ ਥਾਵਾਂ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਮਨੁੱਖਾ ਜੀਵਨ ਦਾ ਮਨੋਰਥ ਕੀ ਹੈ। ਬਹੁਤ ਸਾਰੇ ਘੱਟ ਸੱਜਣ ਹੋਣਗੇ ਜਿਨ੍ਹਾਂ ਨੂੰ ਜੀਵਨ ਦੇ ਮਨੋਰਥ ਦਾ ਪਤਾ ਹੋਵੇਗਾ ਵੀ ਸੰਸਾਰ ਵਿੱਚ ਆਏ ਕਾਹਦੇ ਵਾਸਤੇ ਆ, ਮਕਸਦ ਕੀ ਹੈ। ਹੁਣ ਜੇ ਕਿਤੇ ਆਪਾਂ ਪੁੱਛਣ ਲੱਗ ਜਾਈਏ ਨਾ ਵੀ ਇੱਥੇ ਵੀ ਸਾਡੇ ਆਉਣ ਦਾ ਮਕਸਦ ਕੀ ਹੈ, ਤਾਂ ਹਰ ਇੱਕ ਬੰਦੇ ਦਾ ਇੱਕ ਵੱਖਰਾ ਵੱਖਰਾ ਜਵਾਬ ਹੋਏਗਾ। ਕੋਈ ਆਖੇਗਾ ਜੀ ਮੈਂ ਤੇ ਪਰਿਵਾਰ ਪਾਲਣ ਵਾਸਤੇ, ਕੋਈ ਕਹੇਗਾ ਮੈਂ ਮੌਜ ਮਸਤੀ ਖਾਣ ਪੀਣ ਵਾਸਤੇ, ਕੋਈ ਇਹਨੂੰ ਕਹਿ ਰਿਹਾ 4 ਦਿਨ ਦੀ ਜ਼ਿੰਦਗੀ ਹੈ, ਐਸ਼ ਕਰੋ। ਕੋਈ ਕਹਿ ਰਿਹਾ ਜੀ ਵੇਖੋ ਇਹ ਤੇ ਬੇਅੰਤ ਜੂਨੀਆਂ ਤੋਂ ਬਾਅਦ ਇੱਕ ਜੀਵਨ ਮਿਲਦਾ ਹੈ, ਇਸ ਕਰਕੇ ਜੀਵਨ ਸਮਾਜਵਾਦ ਹੈ, ਸਮਾਜਿਕ ਲੋਕਾਂ ਦੀ ਭਲਾਈ ਕਰਨ ਵਾਸਤੇ ਮਿਲਿਆ। ਕੋਈ ਕਹੇਗਾ ਰੱਬ ਦੀ ਪ੍ਰਾਪਤੀ ਵਾਸਤੇ ਮਿਲਿਆ। ਹੁਣ ਸਭ ਦੀ ਆਪਣੀ ਆਪਣੀ ਵੱਖਰੀ ਵੱਖਰੀ ਜਿਹੜੀ ਹੈ ਉਹ ਸੋਚ, ਤੇ ਜਿੰਨੇ ਮਤ ਨੇ ਜਾਂ ਜਿੰਨੇ ਧਰਮ ਮਜ਼ਹਬ ਨੇ ਉਹਨਾਂ ਦੀ ਵੱਖਰੀ ਵੱਖਰੀ ਹੀ ਇਸ ਪ੍ਰਥਾਏ ਵਿਚਾਰਧਾਰਾ ਹੈ। ਪਰ ਗੁਰੂ ਮਹਾਰਾਜ ਨੇ ਸਾਨੂੰ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਹੈ, ਭਾਈ ਪ੍ਰਾਪਤ ਮਾਨਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜੋ ਮਨੁੱਖਾ ਜਨਮ ਤੈਨੂੰ ਮਿਲਿਆ ਹੈ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ। ਹੁਣ ਇਹ ਜੀਵਨ ਮਿਲਿਆ ਵੀ ਬੜੀ ਮੁਸ਼ਕਲ ਦੇ ਨਾਲ ਹੈ, ਕੋਈ ਸੌਖਾ ਤੇ ਨਹੀਂ ਮਿਲਿਆ। ਬਾਬਾ ਕਬੀਰ ਜੀ ਨੇ ਕਿਹਾ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਇਹ ਬੜੀ ਮੁਸ਼ਕਲ ਨਾਲ ਦੁਰਲੱਭ ਜੀਵਨ ਮਿਲਿਆ ਹੈ, ਬਾਰ ਬਾਰ ਨਹੀਂ ਮਿਲਦਾ। ਜਿਵੇਂ ਇੱਕ ਫਲ ਪੱਕ ਕੇ ਥੱਲੇ ਡਿੱਗ ਜਾਵੇ, ਮੁੜ ਉਹਨੂੰ ਉੱਥੇ ਨਹੀਂ ਲਾਇਆ ਜਾ ਸਕਦਾ ਸ਼ਾਖਾ ਟਾਹਣੀ 'ਤੇ। ਤਾਂ ਇਹ ਅਵਸਰ ਹੈ, ਇਹ ਤੇਰਾ ਅਵਸਰ, ਇਹ ਤੇਰੀ ਬਾਰ। ਔਰ ਅਵਸਰ ਬਾਰ ਬਾਰ ਨਹੀਂ ਮਿਲਿਆ ਕਰਦੇ। ਜਿਨੇ ਇਸ ਅਵਸਰ ਨੂੰ ਸੰਭਾਲਿਆ ਉਹ ਫਿਰ ਸਮਝੋ ਸਫਲ ਹੋ ਗਿਆ। ਜਿਨੇ ਇਸ ਅਵਸਰ ਨੂੰ ਸਮਝਿਆ ਹੀ ਨਹੀਂ, ਕਈ ਵਾਰੀ ਨਾ ਮਨੁੱਖ ਮੈਂ ਕਹਿੰਦੇ ਵੇਖੇ ਨੇ ਵੀ ਦਰਵਾਜ਼ੇ 'ਤੇ ਕਿਸਮਤ ਆਈ, ਦਰਵਾਜ਼ਾ ਖੜਕਾਇਆ ਪਰ ਅਸੀਂ ਖੋਲ੍ਹਿਆ ਨਹੀਂ ਤੇ ਹੁਣ ਪਛਤਾਉਂਦੇ ਹਾਂ। ਜੀਵਨ ਵੀ ਇਹ ਮਨੁੱਖਾ ਕਿਸਮਤ ਵਾਲਿਆਂ ਨੂੰ, ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਇੱਕ ਛੋਟਾ ਜਿਹਾ ਬਚਨ ਸਾਂਝਾ ਕਰ ਲਈਏ, ਸਮਝ ਆ ਜਾਵੇਗੀ। ਮਹਾਰਾਜ ਆਖਦੇ ਨੇ ਕਈ ਜਨਮ ਭਏ ਕੀਟ ਪਤੰਗਾ। ਇੱਕ ਜਨਮ ਦੀ ਗੱਲ ਨਹੀਂ ਕੀਤੀ ਇੱਥੇ, ਕਈ ਜਨਮ ਭਏ ਕੀਟ ਪਤੰਗਾ। ਕੀੜਾ ਪਤੰਗਾ, ਕਿੰਨੇ ਜਨਮ ਤੂੰ ਭੋਗੇ ਨੇ ਕੀੜਿਆਂ ਤੇ ਪਤੰਗਿਆਂ ਵਾਲੇ। ਹੁਣ ਪਤੰਗੇ ਤੇ ਕੀਟ ਕੋਈ ਇੱਕ ਕਿਸਮ ਦੇ ਥੋੜਾ ਨੇ।
ਕਿੰਨੀਆਂ ਕਿਸਮਾਂ ਦੇ ਹੋਣਗੇ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਆਹ ਜਿਹੜੀ ਦੇਹੀ ਮਿਲੀ ਹੈ ਨਾ, ਇਹ ਬੜੀਆਂ ਜੁਨੀਆਂ ਭੋਗਣ ਤੋਂ ਬਾਅਦ ਮਿਲੀ ਹੈ, ਚਿਰਾਂ ਤੋਂ ਬਾਅਦ ਮਿਲੀ ਹੈ। ਪਤਾ ਨਹੀਂ ਕਿੰਨੇ ਕੁ ਜਨਮ ਲੰਘ ਗਏ ਨੇ। ਐਸੇ ਘਰ ਹਮ ਬਹੁਤ ਵਸਾਏ। ਜਿਵੇਂ ਬੰਦਾ ਕਿਰਾਏ ਦੇ ਮਕਾਨ ਬਦਲਦਾ ਨਾ, ਤੇ ਹਰ ਦੂਜੇ ਮਹੀਨੇ, ਚੌਥੇ ਮਹੀਨੇ, ਕੋਈ 6ਵੇਂ ਮਹੀਨੇ, ਕੋਈ ਸਾਲ ਬਾਅਦ ਕੋਈ ਨਾ ਕੋਈ ਬਦਲੀ ਰੱਖਦਾ ਮਕਾਨ। ਇਸੇ ਤਰ੍ਹਾਂ ਇਹ ਸਰੀਰ ਵੀ ਜਿਹੜਾ ਹੈ ਬਾਰ ਬਾਰ ਬਦਲਿਆ ਗਿਆ ਹੈ। ਹੁਣ ਉਹ ਕਈ ਕਿਤੇ ਬੰਗਲੇ ਵਿੱਚ ਜਾ ਕੇ ਘਰ ਲੈ ਲਿਆ, ਕਿਤੇ ਫਲੈਟ ਵਿੱਚ ਲੈ ਲਿਆ, ਕਿਤੇ ਝੁੱਗੀ ਵਿੱਚ ਜਾ ਕੇ ਰਹਿਣ ਲੱਗ ਗਿਆ। ਭਾਵ ਘਰ ਵੇਖਣ ਨੂੰ ਵੱਖਰੇ ਵੱਖਰੇ ਸਨ, ਪਰ ਜੀਵ ਇੱਕ ਹੀ ਸੀ। ਹੁਣ ਸਾਡੇ ਸਰੀਰ ਵੱਖਰੇ ਵੱਖਰੇ ਸਨ, ਪਰ ਯਾਤਰਾ ਕੇਵਲ ਇੱਕ ਦੀ ਸੀ। ਹੁਣ ਉਹ ਯਾਤਰਾ ਕਰਦਿਆਂ 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 ਮਨੁੱਖਾ ਜਨਮ ਮਿਲਿਆ, ਤੇ ਮਨੁੱਖਾ ਜਨਮ ਮਿਲਣ ਤੋਂ ਬਾਅਦ ਇਹਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਸੀ, ਜਿੱਥੇ ਇਹਦੀ ਜੀਵਨ ਦੀ ਯਾਤਰਾ ਸਮਾਪਤ ਹੋਣੀ ਸੀ। ਹੁਣ ਮਹਾਰਾਜ ਨੇ ਆਖਿਆ ਵੀ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਤੂੰ ਸੰਸਾਰ ਵਿੱਚ ਆਇਆ ਹੈ। ਪਰ ਇੱਕ ਬੜਾ ਗਜਬ ਦਾ ਮਨ ਦੇ ਵਿੱਚ ਸੰਸਾ ਪੈਦਾ ਹੋ ਗਿਆ ਵੀ ਗੁਰੂ ਮਹਾਰਾਜ ਕਹਿ ਰਹੇ ਨੇ ਜਿਸ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਵਾਂ, ਉਹਦਾ ਤਾਂ ਕੋਈ ਰੰਗ ਹੀ ਨਹੀਂ, ਨਾ ਉਹਦਾ ਕੋਈ ਰੂਪ ਹੈ, ਨਾ ਉਹਦਾ ਕੋਈ ਚੱਕਰ ਚਿੰਨ੍ਹ ਹੈ। ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੀ ਵੱਖਰਾ ਹੈ, ਤੇ ਮਿਲਾਂ ਕਿਵੇਂ? ਇੱਥੇ ਸਮਾਜ ਵਿੱਚ ਕਿਸੇ ਨੂੰ ਮਿਲਣਾ ਹੋਵੇ ਤੇ ਸਾਨੂੰ ਉਹਦੀ ਪਹਿਚਾਣ ਹੁੰਦੀ ਹੈ। ਆਹ ਮੇਰਾ ਭਾਈ ਹੈ, ਆਹ ਮੇਰਾ ਚਾਚਾ ਹੈ, ਮੇਰਾ ਤਾਇਆ ਹੈ, ਮੇਰਾ ਫੁੱਫੜ ਹੈ, ਮੇਰਾ ਮਿੱਤਰ ਹੈ, ਆਹ ਮੇਰੀ ਪਤਨੀ ਆ, ਮੇਰੇ ਬੱਚੇ ਨੇ। ਉਹਨਾਂ ਦੀ ਵੱਖਰੀ ਵੱਖਰੀ ਪਹਿਚਾਣ ਆ। ਫਿਰ ਉਹਨਾਂ ਦਾ ਰੰਗ ਰੂਪ ਵੀ ਹੈ। ਅਸੀਂ ਕਿਸੇ ਨੂੰ ਨਾ ਜਾਣਦੇ ਹੋਈਏ ਨਾ, ਪਰ ਜਿਹਨੂੰ ਮਿਲਣਾ ਹੋਵੇ ਤੇ ਆਪਾਂ ਉਹਦੀ ਪਹਿਚਾਣ ਬਾਰੇ ਪੁੱਛੀਦਾ ਵੀ ਉਹਦਾ ਕੱਦ ਕਾਠ ਕੀ ਹੈ, ਉਹ ਦਿਸਦਾ ਕਿਹੋ ਜਿਹਾ ਹੈ, ਉਹਦੀ ਉਮਰ ਕਿੰਨੀ ਹੋਵੇਗੀ, ਉਹਦੀ ਪੜ੍ਹਾਈ ਲਿਖਾਈ ਕੀ ਹੋਵੇਗੀ। ਅਸੀਂ ਸਾਰੀਆਂ ਚੀਜ਼ਾਂ ਵੇਖਦੇ ਹਾਂ। ਪਰ ਜਦੋਂ ਪਰਮਾਤਮਾ ਦੀ ਗੱਲ ਆਉਂਦੀ, ਮਹਾਰਾਜ ਕਹਿ ਰਹੇ ਨਾ ਉਹਦਾ ਕੋਈ ਰੰਗ ਹੈ ਤੇ ਨਾ ਕੋਈ ਰੂਪ ਹੈ, ਨਾ ਚੱਕਰ ਹੈ, ਨਾ ਚਿੰਨ੍ਹ ਹੈ, ਤੇ ਉਹਨੂੰ ਵੇਖਾਂਗੇ ਕਿਵੇਂ? ਤਾਂ ਇੱਕ ਮੁਸ਼ਕਿਲ ਖੜੀ ਹੋ ਗਈ ਬੜੀ ਵੱਡੀ ਮਨੁੱਖ ਦੇ ਸਾਹਮਣੇ। ਮਹਾਰਾਜ ਕਹਿ ਰਹੇ ਨੇ ਭਾਈ ਉਹ ਜਿਹੜਾ ਹੈ ਕਿਸੇ ਰੰਗ ਰੂਪ ਵਿੱਚ ਨਹੀਂ, ਕਾਲਾ ਹੈ, ਗੋਰਾ ਹੈ, ਚਿੱਟਾ ਹੈ, ਕਿਹੋ ਜਿਹਾ? ਉਹ ਵੀ ਲੰਮਾ ਹੈ, ਚੌੜਾ ਹੈ, ਫਿਰ ਉਹ ਰਹਿੰਦਾ ਕਿੱਥੇ ਹੈ? ਤੇ ਮਹਾਰਾਜ ਕਹਿੰਦੇ ਸਭ ਥਾਂ 'ਤੇ ਰਹਿੰਦਾ। ਇਹ ਹੋਰ ਮੁਸ਼ਕਿਲ ਖੜੀ ਹੋ ਗਈ। ਹੁਣ ਰਹਿੰਦਾ ਵੀ ਸਾਡੇ ਬਹੁਤ ਨੇੜੇ ਹੈ। ਇੱਕ ਤਾਂ ਹੈ ਨਾ ਵੀ ਬੰਦੇ ਨੇ ਮਿਲਣ ਜਾਣਾ, ਕੋਈ 2 ਕਿਲੋਮੀਟਰ, ਕੋਈ 4 ਕਿਲੋਮੀਟਰ ਦੂਰ ਆ, ਜਾਂ ਸਾਡੇ ਘਰ ਤੋਂ ਕੋਈ ਪੜੋਸ ਵਿੱਚ ਆ, ਤਾਂ ਰਹਿੰਦਾ ਤੇਰੇ ਨਾਲ ਹੈ। ਜੇ ਰਹਿੰਦਾ ਨਾਲ ਹੈ ਤੇ ਫਿਰ ਤਾਂ ਵੀ ਉਹ ਸਮਝ ਨਹੀਂ ਆ ਰਹੀ ਵੀ ਮਿਲੀਏ ਕਿਵੇਂ। ਹੁਣ ਉਹਨੂੰ ਮਿਲਣਾ ਵੀ ਬੜਾ ਸੌਖਾ ਹੈ, ਪਰ ਮੁਸ਼ਕਿਲ ਇਹ ਹੈ ਵੀ ਮਿਲਣਾ ਕਿਵੇਂ ਹੈ ਇਹ ਨਹੀਂ ਪਤਾ, ਕਿਉਂਕਿ ਅਸੀਂ ਉਹਨੂੰ ਜਾਣਦੇ ਨਹੀਂ। ਹੁਣ ਇੱਕ ਗੱਲ ਇੱਥੇ ਨੁਕਤੇ ਵਾਲੀ ਸਮਝ ਲਿਓ, ਜੇ ਗੁਰੂ ਮਹਾਰਾਜ ਕਹਿ ਰਹੇ ਨਾ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ, ਉਹਦਾ ਕੋਈ ਰੰਗ ਰੂਪ ਨਹੀਂ, ਉਹਦਾ ਕੋਈ ਸਰੂਪ ਨਹੀਂ, ਉਹਦਾ ਕੋਈ ਭੇਖ ਨਹੀਂ, ਸਾਡੇ ਵਰਗਾ ਨਹੀਂ ਦਿਸਦਾ। ਤੇ ਮਹਾਰਾਜ ਆਖਦੇ ਨੇ ਫਿਰ ਤੇਰੇ ਤੇ ਇੱਕ ਮਾਲਕ ਨੇ ਕਿਰਪਾ ਕੀਤੀ ਹੈ, ਤੈਨੂੰ ਗੁਰੂ ਦੀ ਬਖਸ਼ਿਸ਼ ਦਿੱਤੀ ਹੈ। ਸਾਡੇ ਕੋਲ ਗੁਰੂ ਹੈ। ਹੁਣ ਗੁਰੂ ਰੱਬ ਨੂੰ ਜਾਣਦਾ ਹੈ। ਇੱਕ ਗੱਲ ਯਾਦ ਰੱਖੇ, ਸਮਝਿਓ, ਜਿਹੜਾ ਜਾਣਦਾ ਹੋਵੇ ਨਾ ਉਹ ਉਹਦੀਆਂ ਖੂਬੀਆਂ ਦੱਸ ਸਕਦਾ ਵੀ ਇਸ ਤਰ੍ਹਾਂ ਦਾ ਦਿਸਦਾ ਜੇ, ਇੱਦਾਂ ਦਾ ਉਹਦਾ ਰੂਪ ਹੈ, ਇਹ ਇਸ ਤਰ੍ਹਾਂ ਦਾ, ਉਹ ਸਾਨੂੰ ਦੱਸ ਸਕਦਾ ਤੇ ਆਪਾਂ ਉਹਨੂੰ ਮਿਲ ਸਕਦੇ ਹਾਂ। ਅਸੀਂ ਸਿੱਧਿਆਂ ਨਹੀਂ ਮਿਲ ਸਕਦੇ, ਅਸੀਂ ਅਕਾਲ ਪੁਰਖ ਨੂੰ ਸਿੱਧੇ ਨਹੀਂ ਮਿਲ ਸਕਦੇ, ਪਰ ਗੁਰੂ ਸਾਨੂੰ ਦੱਸਦਾ ਹੈ ਵੀ ਉਹ ਕਿਹੋ ਜਿਹਾ। ਗੁਰੂ ਸਾਨੂੰ ਇੰਟਰੋਡਿਊਸ ਕਰਾਉਂਦਾ ਰੱਬ ਨਾਲ, ਸਾਡੀ ਇੰਟਰੋਡਕਸ਼ਨ ਕਰਾਉਂਦਾ ਹੈ। ਧੰਨ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ 3 ਬਚਨ ਸਨ, ਉਹਨਾਂ ਵਿੱਚ ਇੱਕ ਬਚਨ ਬੜਾ ਉਮਦਾ ਹੈ। ਮਹਾਰਾਜ ਨੇ ਆਖਿਆ ਵੀ ਪੂਜਾ ਅਕਾਲ ਕੀ,
एक अकाल पुरख की पूजा करनी सिख ने। नाल बचन आख्या भी परचा शब्द का दीदार खालसे का। परचा शब्द का, परचा का अर्थ है परिचय। शब्द नाल तेरा परिचय होवे। जिदन शब्द नाल तेरा परिचय हो गया, ये शब्द ने तेनू रब दे नाल मिला देना है। जो प्रभ को मिल बोच है खोज शब्द में ले। जे तू रब नू मिलना चाहुंदा है तो तू शब्द नाल जुड़, क्योंकि शब्द दे विच दो रूप ने, एक दिसदा एक अणदिसदा। शब्द विच दोवें ही स्वरूप ने, एक दिस रहा एक नहीं दिस रहा। जदों शब्द नू आपां बोलदे हां तो याद रखना, जदों तक बोलते हैं उदों तक वो शब्द सानू उत्थे लै जांदे ने, साडी सुरत नू उत्थे लै जांदे ने। तुसीं वेखो जिवें आपां शब्द पढ़ांगे, महाराज ने एक बचन उचारण किया, मान लो भी बाबर बाणी दे विच आपां पढ़ते हैं बचन, महाराज जद ने पाप दी जंज लै काबलों धाया, जोरी मंगे दान वे लालो। साडी सुरत काबल पहुँच गई। साडी सुरत बाबर दा वो बिल्कुल नक्शा अखां दे सामने आ गया भी इस तरह दा सी। वो पाप की जंज लैके आया, भाव अपनी फौज लैके आया, उन्हें इस तरह एवं कतलो गारत की। इस तरह ही रब दी परछाई है। शब्द जिहड़ा है वो सानू परमात्मा की पहचान कराउण विच सहायक हुंदा है। इस करके साडी सुरत नू परमात्मा के दर ते लिजा के खड़ा कर दिंदे शब्द। हुण रब की पहचान किवें होवे? सब तो पहला गुरु नानक साहब ने रब की पहचान ही दसी भी इस तरह का जे रब। हुण किवें दा? महाराज पहला बचन किया साहब ने, एक ओंकार। परमात्मा एक है, सर्व व्यापक है। एक ओंकार सतनाम, वो सदीवी रहन वाला है, सच्ची होंद वाला है, उनका नाम सदा रहन वाला है। करता पुरख, वो करता भी है, उन्हें सारी सृष्टि नू बनाया, तेनू भी बनाया, पर वो तेरे अंदर है। निरभव, और एक गल याद रखी, उन्होंने किसी का डर नहीं हैगा। निर्वैर, पर एक खूबी होर भी है, किसी तो डरदा नहीं तो किसी नाल वैर भी नहीं रखता। किसी का उनका कोई वैर नहीं। उन्होंने कोई चंगा कवे कोई माड़ा कवे, उन्होंने कोई अपना कवे पराया कवे, उनका किसी नाल वैर नहीं। महाराज आखते ने निरभव निर्वैर अकाल मूरत। एक गल होर बड़ी प्यारी है, कह लगे वो अकाल है, काल तो रहत है, समय विच नहीं आउंदा। जिहड़ी चीज़ समय विच आउंदी है नष्ट हो जाती है, बल्कि समा भी उन्हें बनाया है। समय ने उन्होंने, जिस चीज़ ने समय नूं बनाता उन्हें समय ने नष्ट कर देना, पर रब ने समय नूं बनाया है। वो उदों भी सी जदों ये समा नहीं सी, क्योंकि समा तो उदों शुरू होया ना जदों जीव बने ने। जीवां दी होंद बनी, मनुख ने फिर टाइम बनाया, मिथया भी इन्ने घंटे इन्ने मिनट इन्ने सकिंट, पर परमात्मा तो उस तो पहला भी सी ना। तो उनका स्वरूप जिहड़ा है महाराज आखदे ने काल तो रहत है, अकाल मूर्त। अजूनी, वो जूनिया विच नहीं आउंदा, जूना तो रहत है। सह भंग, वो अपने आप तो बनया, उन्होंने किसी ने जन्म नहीं दिता। उनका कोई माँ बाप नहीं हैगा, बल्कि वो सारियां दा माँ बाप हैगा। अच्छा, ये उनदे विच गुण गुण ने, ये उनदी सारी दी सारी महाराज आखदे ने पहचान है। तो फिर मिले किवें? गुर प्रसाद, गुरु की कृपा नाल मिलेगा। शब्द नाल जुड़ जा, शब्द तेनों उनदे नाल मिला देवेगा। जिदन आपां गुरु के चरनां नाल जुड़ के, उस दिन उनकी कृपा हो जाएगी। उनकी कृपा नाल ही रब का मिलाप होना है। हुण रब का मिलाप क्यों नहीं हुंदा? क्योंकि जो रब विच गुण ने वो साडे विच नहीं, जो साडे विच ने वो रब विच नहीं। हुण एक घर दे विच दो जी रहिंदे होण ते जिथे दोहां दी विचार वखरी वखरी होवे ते वो सांझ नहीं बनेगी, पर जिथे दोहां दी विचार मिलदी होवे ते सांझ बन जाएगी, खेड़ बन जाएगी। हुण साडे ते रब दे दरम्यान एक इन्ना को फर्क है भी जो असीं चाहुंदे हां वो रब नहीं चाहुंदा, जो रब चाहुंदा वो असीं नहीं चाहुंदे।
ਰੱਬ ਜਿਹੜਾ ਹੈ ਉਹ ਗੁਣਾਂ ਦੇ ਨਾਲ ਭਰਿਆ ਹੋਇਆ, ਅਸੀਂ ਔਗਣਾਂ ਨਾਲ ਭਰੇ ਹੋਏ ਹਾਂ। ਅਸੀਂ ਔਗਣ ਛੱਡਣ ਲਈ ਤਿਆਰ ਨਹੀਂ ਅਤੇ ਰੱਬ ਆਪਣੇ ਗੁਣ ਛੱਡਣ ਲਈ ਤਿਆਰ ਨਹੀਂ। ਪਰਮੇਸ਼ਰ ਚੰਗਿਆਈ ਛੱਡਣ ਲਈ ਤਿਆਰ ਨਹੀਂ ਅਤੇ ਅਸੀਂ ਆਪਣੀ ਬੁਰਿਆਈ ਛੱਡਣ ਲਈ ਤਿਆਰ ਨਹੀਂ। ਬਸ ਆਹ ਫਰਕ ਹੈ। ਜਿੱਦਣ ਅਸੀਂ ਆਪਣੀ ਭੈੜੀ ਨੀਤ ਛੱਡ ਕੇ, ਬੁਰਾਈਆਂ ਨੂੰ ਛੱਡ ਕੇ ਚੰਗਿਆਈਆਂ ਨੂੰ ਅਪਣਾ ਲਿਆ, ਉਸ ਦਿਨ ਸਾਡੇ ਅਤੇ ਰੱਬ ਵਿੱਚ ਕੋਈ ਫਰਕ ਨਹੀਂ ਰਹੇਗਾ। ਉਸ ਦਿਨ ਕੋਈ ਫਰਕ, ਕੋਈ ਅੰਤਰ ਰਹਿਣਾ ਹੀ ਨਹੀਂ। ਅੰਤਰ ਹੀ ਇਹ ਹੈ ਕਿ ਜੋ ਮੈਂ ਚਾਹੁੰਦਾ ਵਾਂ ਉਹ ਅਕਾਲ ਪੁਰਖ ਨੂੰ ਭਾਉਂਦਾ ਨਹੀਂ, ਅਤੇ ਜੋ ਅਕਾਲ ਪੁਰਖ ਨੂੰ ਭਾ ਰਿਹਾ ਉਹ ਮੈਨੂੰ ਨਹੀਂ ਭਾਉਂਦਾ। ਮੈਂ ਕਹਾਂ ਮੈਂ ਤਾਂ ਛੱਡਣ ਲਈ ਤਿਆਰ ਨਹੀਂ ਹਾਂ। ਬਸ ਆਹ ਕਹਾਣੀ ਜਿੱਦਣ ਸਮਝ ਆ ਗਈ, ਉਸ ਦਿਨ ਅਸੀਂ ਉਹਨੂੰ ਨਾ ਦਿਸਦੇ ਹੋਏ ਪਰਮਾਤਮਾ ਨੂੰ ਵੀ ਪ੍ਰਾਪਤ ਕਰ ਲਵਾਂਗੇ। ਸਭ ਕਿਰਪਾ ਕਰਦੇ ਨੇ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ। ਉਹਦਾ ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਚੱਕਰ, ਕੋਈ ਚਿੰਨ੍ਹ ਨਹੀਂ। ਉਹ ਤਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੈ ਅਤੇ ਮਾਇਆ ਤੋਂ ਵੱਖਰਾ ਹੈ। ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਜਿਹਦੇ 'ਤੇ ਖੁਸ਼ ਹੋ ਜਾਂਦਾ ਉਹਨੂੰ ਆਪਣੀ ਸੋਝੀ ਦੇ ਦਿੰਦਾ, ਆਪਣੀ ਸਮਝ ਦੇ ਦਿੰਦਾ। ਉਹ ਫਿਰ ਜਿਹਦੇ 'ਤੇ ਖੁਸ਼ ਹੁੰਦਾ ਤਰੁੱਠ ਪੈਂਦਾ ਹੈ। ਅਸ਼ਟਪਦੀ ਅਵਿਨਾਸ਼ੀ ਪ੍ਰਭ ਮਨ ਮੈਂ ਰਾਖ। ਹੇ ਭਾਈ, ਤੂੰ ਉਸ ਅਵਿਨਾਸ਼ੀ ਜਿਹੜਾ ਕਦੀ ਨਾਸ਼ ਨਹੀਂ ਹੋਣ ਵਾਲਾ, ਉਹਨੂੰ ਆਪਣੇ ਮਨ ਵਿੱਚ ਵਸਾ ਲੈ, ਆਪਣੇ ਮਨ ਵਿੱਚ ਟਿਕਾ ਉਹਨੂੰ। ਮਾਨੋ ਕੀ ਤੂੰ ਪ੍ਰੀਤ ਤਿਆਗ। ਬੰਦਿਆਂ ਦੀ ਪ੍ਰੀਤ ਛੱਡ, ਅਕਾਲ ਪੁਰਖ ਨਾਲ ਪ੍ਰੀਤ ਪਾ। ਤਿਸ ਤੇ ਪਰੈ ਨਾਹੀ ਕਿਛ ਕੋਏ। ਉਹਦੇ ਤੋਂ ਪਰੇ ਕੋਈ ਜੀਵ ਨਹੀਂ ਹੈਗਾ। ਅਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਜੀਵ ਉਹਦੇ ਤੋਂ ਵੱਖਰਾ ਹੈ, ਬਲਕਿ ਸਾਰੇ ਜੀਵ ਉਸੇ ਦੇ ਬਣਾਏ ਨੇ ਅਤੇ ਉਸੇ ਦੇ ਅਧੀਨ ਨੇ ਅਤੇ ਉਹਨਾਂ ਵਿੱਚ ਵਸਿਆ ਹੋਇਆ ਹੈ। ਸਰਬ ਨਿਰੰਤਰ ਏਕੋ ਸੋਏ। ਇੱਕ ਰਸ ਸਭ ਵਿੱਚ ਵਿਆਪਕ ਹੈ ਭਾਈ। ਆਪੇ ਬੀਨਾ ਆਪੇ ਦਾਨਾ। ਉਹ ਬੜਾ ਹੀ ਬੀਨਾ ਦਾ ਅਰਥ ਹੈ ਪਛਾਣਨ ਵਾਲਾ। ਉਹਨੂੰ ਪਛਾਣ ਹੈ, ਉਹਨੂੰ ਹਰ ਇੱਕ ਜੀਵ ਦੀ ਪਛਾਣ ਹੈ। ਐਸਾ ਨਹੀਂ ਵੀ ਉਹਨੂੰ ਪਛਾਣ ਨਹੀਂ। ਉਹ ਹਰ ਇੱਕ ਜੀਵ ਨੂੰ ਪਛਾਣ ਲੈਂਦਾ ਹੈ। ਕੋਈ ਐਸਾ ਨਹੀਂ ਜਿਹਨੂੰ ਨਾ ਉਹ ਪਛਾਣਦਾ ਹੋਵੇ। ਦਾਨਾ ਸਮਝਣ ਵਾਲਾ, ਸਭ ਨੂੰ ਪਛਾਣਦਾ ਵੀ ਹੈ ਅਤੇ ਸਭ ਨੂੰ ਸਮਝਦਾ ਵੀ ਹੈ, ਸਭ ਦੇ ਮਨ ਦੀ ਜਾਣਦਾ ਵੀ ਹੈ। ਮਹਾਰਾਜ ਆਖਦੇ ਨੇ ਗਹਿਰ ਗੰਭੀਰ ਗਹੀਰ ਸੁਜਾਨਾ। ਉਹ ਬੜਾ ਹੀ ਡੂੰਘਾ ਹੈ, ਅਥਾਹ ਹੈ, ਅਤੇ ਉਹ ਬੜਾ ਹੀ ਸਿਆਣਾ ਹੈ ਭਾਈ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ। ਉਹ ਅਥਾਹ ਕਿਰਪਾ ਦਾ ਖਜ਼ਾਨਾ ਹੈ। ਉਹ ਜੀਵਾਂ ਨੂੰ ਬਖਸ਼ਣ ਵਾਲਾ ਹੈ। ਉਹ ਦਇਆ ਦਾ ਘਰ ਹੈ, ਪਰਿਪੂਰਨ ਹੈ, ਸਾਰਿਆਂ ਤੋਂ ਮਹਾਨ ਵੱਡਾ ਹੈ ਅਤੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਸਾ ਤੇਰੇ ਕੀ ਚਰਨੀ ਪਾਉ, ਨਾਨਕ ਕਹਿ ਮਨ ਇਹ ਅਨੁਰਾਉ। ਹੁਣ ਇਹ ਨਾਨਕ ਜੀ ਦੇ ਮਨ ਵਿੱਚ ਇੱਕ ਤਾਂਘ ਪੈਦਾ ਹੋ ਗਈ। ਉਹ ਤਾਂਘ ਕੀ ਹੈ, ਉਹ ਲਾਲਸਾ ਕੀ ਹੈ ਕਿ ਹੇ ਅਕਾਲ ਪੁਰਖ, ਮੈਂ ਤੇਰੇ ਸਾਧ ਜਨਾਂ ਦੇ ਚਰਨਾਂ ਨਾਲ ਜੁੜ ਜਾਵਾਂ, ਕਿਉਂਕਿ ਉਹ ਤੇਰਾ ਰੂਪ ਹੋ ਚੁੱਕੇ ਨੇ। ਜਿਹੜੇ ਰੱਬ ਦਾ ਰੂਪ ਹੋ ਚੁੱਕੇ ਨੇ ਅਤੇ ਉਹ ਫਿਰ ਰੱਬ ਨਾਲ ਜੋੜ ਸਕਦੇ ਨੇ। ਇਸ ਕਰਕੇ ਮੈਂ ਚਾਹੁੰਦਾ ਹਾਂ ਵੀ ਤੇਰੇ ਨਾਲ ਜੁੜੇ ਹੋਏ ਜਿਹੜੇ ਸਾਧ ਜਨ ਨੇ ਉਹਨਾਂ ਦੇ ਚਰਨਾਂ ਨਾਲ ਜੁੜ ਜਾਵਾਂ। ਮਨਸਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਮਨਸ਼ਾ ਪੂਰਨ, ਮਨਸ਼ਾ ਦਾ ਅਰਥ ਹੈ ਮਨ ਦੇ ਫੁਰਨੇ, ਮਨ ਦੀਆਂ ਇੱਛਾਵਾਂ। ਰੱਬ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਸਮਰੱਥ ਹੈ। ਸ਼ਰਨਾ ਜੋਗ, ਸ਼ਰਨ ਆਏ ਨੂੰ ਉਹ ਰੱਖਣ ਵਾਲਾ ਹੈ। ਭਾਵੇਂ ਸਾਰੀ ਕਾਇਨਾਤ ਉਹਦੀ ਸ਼ਰਨ ਵਿੱਚ ਆ ਜਾਵੇ ਅਤੇ ਸਾਰੀ ਕਾਇਨਾਤ ਨੂੰ ਆਪਣੀ ਸ਼ਰਨ ਵਿੱਚ ਰੱਖ ਲਵੇਗਾ। ਇੰਨੀ ਕੈਪੈਸਿਟੀ ਉਹਦੇ ਵਿੱਚ ਹੈਗੀ ਹੈ ਕਿ ਸਾਰੀ ਦੁਨੀਆ, ਸਾਰੀ ਸ੍ਰਿਸ਼ਟੀ ਜੇ ਆਖੇ ਵੀ ਰੱਬ ਜੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ, ਤਾਂ ਸਾਰਿਆਂ ਨੂੰ ਸ਼ਰਨ ਵਿੱਚ ਰੱਖ ਲਵੇਗਾ। ਅਤੇ ਉਹ ਸਾਰਿਆਂ ਦੀਆਂ ਖਾਹਿਸ਼ਾਂ ਵੀ ਪੂਰੀਆਂ ਕਰਨ ਵਾਲਾ ਹੈ। ਜੋ ਕਰ ਪਾਇਆ ਸੋਈ ਹੋਗ। ਪਰ ਕਰ ਦਾ ਅਰਥ ਇੱਥੇ ਕੀ ਹੈ? ਹੱਥ। ਕਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੈ ਹੱਥ ਉੱਤੇ। ਕਰ ਦਾ ਅਰਥ ਬਾਣੀ ਵਿੱਚ ਟੈਕਸ ਵੀ ਆਇਆ ਹੈ। ਕਰ ਦਾ ਅਰਥ ਹੁੰਦਾ ਕਰਨਾ ਵੀ।
पर इत्थे कर दा अर्थ है हत्थां ते, क्योंकि सिहारी लगी है रारे अखर नूं, हत्थां ते पाया, पा दिता। की पाया हत्थां ते? लेख। रब ने जीवां दे हत्थां ते जो लेख लिख दिते ने, बस वही कुछ हुंदा है। हरन भरन जाका नेत्र फोर, तिसका मंत्र न जानै होर। अकाल पुरख, हरन का अर्थ है हरन वाला, नाश करने वाला, भरन का अर्थ है पालन वाला। उनदे विच इन्नी ताकत है भी अख दे झमकण दे समय विच वो संसार नूं बना भी सकदा है ते संसार नूं मिटा भी सकदा है। बहुता समा नहीं उन्होंने लगता। साडी अख जिहड़ी झमकदी है, पलक थल्लियों उत्ते जांदी, इहनूं कहिंदे ने एक फोर, या इहनूं शब्द वरतिया एक निमक। इन्ने समय विच रब जिहड़ा ना कायनात नूं बना भी सकदा है ते मिटा भी सकदा है। इन्नी वड्डी हस्ती है वो। तिसका मंत्र ना जानै होर। मंत्र का अर्थ इत्थे है भेद, कि अकाल पुरख परमात्मा का भेद कोई होर नहीं जानता, वो आप ही जानदा है। आनंद रूप मंगल सद जाकै, वो तो भाई अकाल पुरख आनंद का सोमा है, तो उनके घर विच सदा ही खुशियां ने, उनके घर विच कदी गमी नहीं। सर्ब थोक सुनिए घर तक है, तो उनके घर विच सुनिया भी सारिया चीज़ां ने। आपां ते रोज़ पढ़ते हैं आनंद साहब, ते गुरु अमरदास महाराज आदि ने, साचे साहिबा क्या नाही घर तेरे, घर तां तेरे सब किश है, जिस देह सो पावे। महाराज सच्चे अकाल पुरख सारा कुछ तेरे घर विच है। अच्छा उनका घर किहड़ा है, भी सवाल खड़ा हो जाएगा। तो महाराज ने इहदा भी जवाब दिता है, सब है घट राम बोले, रामा बोले, राम बिना को बोले, सारे शरीर रब दे घर ने। तो फिर महाराज ने यह भी कह दिता, सब कुछ घर मैं बाहर नहीं। वो बंदिया सारा कुछ घर विच है, बाहर ना लभण जा। सब कुछ घर मैं बाहर नहीं, बाहर टोले सो भरम भुलाही। बाहर लभण जाएगा तो भटक जाएगा, क्योंकि जिहड़ा रब बैठे ही घर विच है, तो फिर सारा कुछ उनके घर विच ही है, तो तू बाहर लभदा फिरदा। बंदा सुख शांति आराम ये सारा बाहर संसार विचों लभदा है। किते मेरे भरा कोलों सुख मिल जाए, किते मेरी माँ कोलों, मेरे बाप कोलों, मेरे चाचे तायां कोलों, नहीं तो समाज कोलों, पैसे कोलों, पदार्थां कोलों मैनू सुख मिल जाए। सुख अपने अंदर ही है। एक ना भखारी रस्ते उत्ते बैठा, लोगों ने उन्होंने कुछ दे दिता, भखारी सी। अगले दिन फिर उत्थे बैठा, बैठिया बैठिया कई साल हो गए। आखिर उनकी जिंदगी का अंत भी उत्थे ही हो गया। लोगों ने जिहड़े रोज़ लंघते सन उन्होंने आख्या, भाई ये सारी जिंदगी इत्थे मंगदा रहा, इन्हें टिकाणा छड्डिया नहीं, काम करो इन्हूं इत्थे ही दब दिओ। सारी जिंदगी इत्थे ही रहा वा, इन्हूं इत्थे ही दब दिओ। उन्हें मिट्टी पुट्टी, लगे दबण। जदों मिट्टी को 4-5 फुट ना पुट्टी होनी है, तो थले अथाह खजाना सी। लोगों ने सिर ते हथ मारिया, कह लगे सारी जिंदगी इत्थे बह के मंगदा रहा, तो इत्थे अथाह खजाना पिया होया सी, इन्हूं इन्ने नहीं पता लग्या। जदों लोग ये गल कर रहे सन, उत्थे एक सियाणा बंदा जा रहा सी, कहंदा है तुसीं भी सारे इंदे वर्गे ही हो। वो हैरान होए, कह लगे असीं इंदे वर्गे किवें आ? कहंदा है तुहाडे भी कोल अथाह खजाना, पर तुसीं भी सारी जिंदगी बाहरों ही मंगते रहे जे। है तुहाडे कोल भी अथाह खजाना, पर तुसीं भी बाहरों ही लभदे रहे हो, बाहर ही मंगते रहे हो, कदी अपने अंदरों कोशिश ही नहीं की। तो जे गुरु की मत मिल जाए तो बंदे नूं वो अथाह सुख का खजाना अंदरों ही मिल जाता है। बाहर की दौड़ विच वो अंदर वाला सुख चैन बंदा गवा लैंदा है, पर जे अंदर बंदा टिक जाए तो अथाह सुख भी बड़ा है। इस करके महाराज कह रहे हैं भी अकाल पुरख परमात्मा जिहड़ा है ना भाई, उनके घर विच सब कुछ है, तो उनके घर आ सारे जीवां का जिहड़ा शरीर है उसे का घर है, तो वो आप अथाह खजाने का मालक है। तो सारिया जीवां दे अंदर अथाह खजाना है,
पर जिन्हों गुरु की समझ राही लभना आ गया। राज मैं राज जोग मैं जोगी, वो राजियां विच राजा है। वेखो हुणे गल कीती ना भी सारे घरां विच उहदा वास है, सारे शरीरां विच, तां राजियां विच राजा बन के बैठा होया। अच्छा जोगियां विच जोगी बन के बैठा होया। राजियां विचों राजा है, जोगियां विचों जोगी है। तप मैं तपीसर, तपीसरां विचों सब तो महान तपीसर है। गृहस्थ मैं भोगी, ते गृहस्थियां विचों वड्डा गृहस्थी भी वही है, क्योंकि सारियां विचों है। ध्याए ध्याए भगतैं सुख पाया, भगत जन उन्होंने सिमर सिमर के सुख पा लेंदे ने। नानक तिस पुरख का किन अंत न पाया। हे नानक उस परिपूर्ण परमात्मा का अंत अज तक किसी ने पाया नहीं। जाकी लीला की मित ना है, लीला का अर्थ है जगत की खेड़ रचना, मित का अर्थ है मिणती। जगत खेड़ रचना की मिणती अज तक कोई नहीं कर सकिया भाई। सगल देव हारे अवगाहे, अवगाह का अर्थ है चुबियां ला ला के। वड्डे वड्डे देवते ऐन चुबियां ला ला के ते वेंदे रहे भी परमात्मा का अंत मिल जाएगा, उन्होंने भी रब का अंत नहीं लभ्या है, हार गए हो। पिता का जन्म के जाने पूत, महाराज कह लगे पुत्र नूं नहीं पता होंदा पिता के जन्म का, उन्होंने नहीं पता। हाँ उनके पिता नूं पता होवेगा अपने पुत्र का। पिता नूं पता है पुत्र के जन्म का, पर पुत्र नूं पिता के जन्म का नहीं पता। रब सारियां दा पिता है, रब नूं साडे जन्मां बारे पता है, रब के जन्म बारे असीं नहीं दस सकते। पिता का जन्म के जाने पूत, सगल परोई अपने सूत। सूत का अर्थ हुंदा धागा सूत्र। एक धागे विच सारे मणके परोए हुंदे ने, इस तरह सारी सृष्टि रब के हुक्म रूपी सूत्र विच परोई हुई है। सगल समगरी तुमरे सूत्रधारी, तुम ते होए सो आग्याकारी। सारी कायनात उनके हुक्म विच परोई हुई है। सुमत ज्ञान ध्यान जिन दे, जिन्हों रब अकल देवे, जिन्हों ज्ञान देवे, ते जिन्हों उनके चरनां नाल जुड़न की सुरती देवे, समझ देवे। जन दास नाम ध्यावें से, वही सेवक रब का नाम ध्याउंदे ने। ते गुण मैं जाको परमाए, ते रब जिन्हों तिन्ना गुणा विच भटका देंदा है, भरमा देंदा है उन्हां दे कीते कर्मां अनुसार। महाराज आखदे ने जन्म मरै फिर आवे जाए, वो फिर जमदे ने मरदे ने आउंदे ने जांदे ने, गेड़ विच पए रहिंदे ने। ऊच नीच तिसके अस्थान, कोई उच्चा है कोई नीवा है, कोई अमीर है कोई गरीब है, कोई वड्डा है कोई छोटा है, सारे उनके ही थान ने भाई, सबना विच वस रहा। जैसा जनाव है तैसा नानक जान। नानक गुरु जी कहते हैं जिहो जिहा वो अकाल पुरख जनाउंदा है, जीव उस तरह ही अकाल पुरख परमात्मा नूं जान लेंदे हन। जिन्होंने वो जिवें समझ बख्शदा है, ओहो जी वो जीव उस परमात्मा परमेश्वर नूं समझ लेंदे हन। सो सतगुरु सच्चे पातशाह जी कृपा रहमत करन। धन गुरु गुरु अर्जन साहब महाराज पातशाह जी ने एक अकाल पुरख परमात्मा दीयां शक्तियां बारे, उस दी बनाई हुई कायनात बारे अते जीवां बारे चानण पाया है कि उस बेअंत दे गुण गा ते उहदी सिੱਖਿਆ नूं अपने जीवन विच अपना। वो तेरे कोल है, तेरे नाल है, बस उहनूं पाउणा है तां याद रख उस वर्गा हो जा। जो उहदे विच है उहनूं समझ ते उस वर्गा हो जा। रब नूं पाउणा की है, रब नूं पाउणा कोई मुश्किल गल नहीं, पर है भी बड़ी मुश्किल है। बुल्ले शाह ने बड़ा प्यारा एक बचन आख्या सी, कहना बुल्लिया रब दा की पाउणा, जदों पुट्टिया ते उत्थे लाणा। भाव ये मन नूं भैड़े पासियों पुट के चंगे पासे ला लै, बस ये रब नूं पा लेना है। बहुत ही मुश्किल नहीं, पर बड़ी मुश्किल उदों है कि इस भैड़े पासियों मन नूं हटाउणा औखा है, सौखा नहीं। पर जिन्हां ने हटा के चंगे पासे ला लिया, फिर उन्हें कह दिता भी बुल्लिया रब दा की पाउणा, इधरों पुट्टिया तो इत्थे लाना। हुण बुल्ले शाह वर्गे वास्ते तो बड़ा सौखा है ना, क्योंकि उन्हें पा लिया। ते साडे वास्ते बड़ा औखा है, क्योंकि असीं अपनियां भैड़ियां बिरतियां नूं छड्डिया नहीं। तो गुरु महाराज कृपा करन। अरदास करिए सबना कि महाराज ये साडा भटकिया होया मन ते साडियां जिहड़ियां अंदर बुराइयां ने उन्हां तो तौबा करके असीं चंगियाई वाले पासे तुरीए, तां जो रब दीयां रहमतां दे असीं
ਬਖਸ਼ਿਸ਼ਾਂ ਦੇ ਪਾਤਰ ਬਣ ਸਕੀਏ। ਮਹਾਰਾਜ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।